ਗੁੱਡ ਮਾਰਨਿੰਗ ਕਲਾਸ 9 ਬੱਚੇ। ਅੱਜ ਅਸੀਂ ਜੋ ਕਰਨ ਜਾ ਰਹੇ ਹਾਂ ਉਹ ਹੈ ਐਂਗਲ ਸਬਟੈਂਡਡ ਬਾय ਐਨ ਆਰਕ ਆਫ ਏ ਸਰਕਲ। ਜਿਵੇਂ ਅਸੀਂ 10.4 ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਕੋਡ ਦੇ ਨਾਲ ਆਪਾਂ ਐਂਗਲ ਡਿਸਕਸ ਕਰਦੇ ਹਾਂ। ਸਿਮਿਲਰਲੀ ਅਸੀਂ ਐਂਗਲ ਸਬਟੈਂਡਡ ਬਾय ਐਨ ਆਰਕ ਦੇ ਨਾਲ ਜਿਹੜਾ ਐਂਗਲ ਬਣਦਾ ਸੈਂਟਰ ਦੇ ਉੱਤੇ ਅਸੀਂ ਉਹਨੂੰ ਡਿਸਕਸ ਕਰਾਂਗੇ। ਤੋ ਅਸੀਂ ਕੀ ਪੜ੍ਹਿਆ ਸੀ? ਅਸੀਂ ਪੜ੍ਹਿਆ ਸੀ ਕਿ ਜਿਵੇਂ ਸਾਡੇ ਕੋਲ ਕੋਡ ਹੈ, ਤੋ ਕੋਡ ਇੱਕ ਐਂਗਲ ਹੈ, ਕੋਈ ਪੀ ਕਿਊ ਕੋਡ ਹੈ ਜਿਹੜਾ ਉਹਦੇ ਐਂਗਲ ਸਬਟੈਂਡ ਕਰ ਰਿਹਾ, ਰਾਈਟ। ਤੋ ਅਗਰ ਪੀ ਔਰ ਕਿਊ ਨੂੰ ਇਸ ਤਰ੍ਹਾਂ ਮਿਲਾ ਸਕਦੇ ਆਪਾਂ ਇੱਕ ਲਾਈਨ ਦੇ ਨਾਲ, ਤੇ ਪੀ ਕਿਊ ਨੂੰ ਤਾਂ ਇਸ ਤਰ੍ਹਾਂ ਵੀ ਮਿਲਾਇਆ ਜਾ ਸਕਦਾ ਇੱਕ ਆਰਕ ਦੇ ਨਾਲ। ਸੋ ਇਹ ਆਰਕ ਦੇ ਨਾਲ ਵੀ ਪੀ ਔਰ ਕਿਊ ਆਪਸ ਦੇ ਵਿੱਚ ਜੁਆਇਨ ਹੋ ਰਹੇ ਨੇ। ਸੋ ਪੀ ਕਿਊ ਇਜ਼ ਅ ਮਾਈਨਰ ਆਰਕ ਆਫ ਦਿਸ ਸਰਕਲ। ਕਲੀਅਰ? ਪੀ ਕਿਊ ਨੂੰ ਆਪਾਂ ਇਸ ਤਰ੍ਹਾਂ ਵੀ ਜੁਆਇਨ ਕਰ ਸਕਦੇ ਹਾਂ। ਸੋ ਦਿਸ ਇਜ਼ ਕਾਲਡ ਅ ਮੇਜਰ ਆਰਕ ਆਫ ਦਾ ਸਰਕਲ ਐਂਡ ਦਿਸ ਇਜ਼ ਕਾਲਡ ਅ ਮਾਈਨਰ ਆਰਕ ਆਫ ਅ ਸਰਕਲ। तो फर्स्ट ਤੇ ਆਪਾਂ ਮਾਈਨਰ ਆਰਕ ਬਾਰੇ ਗੱਲ ਕਰਾਂਗੇ। ਦੇਖੋ PQ ਦੇ ਨਾਲ ਅਗਰ PQ ਕੋਡ ਦੇ ਨਾਲ ਅਗਰ ਮੇਰੇ ਕੋਲ ਐਂਗਲ X ਸਬਟੈਂਡ ਹੋ ਰਿਹਾ ਹੈ ਐਟ O, तो डेफिनेटली ਜਿਹੜੀ ਆਰਕ P ਔਰ Q ਹੈ ਇਹ ਆਰਕ ਦੇ ਨਾਲ ਵੀ ਮੇਰੇ ਕੋਲ ਐਂਗਲ ਜਿਹੜਾ ਸਬਟੈਂਡ ਹੋ ਰਿਹਾ ਹੈ X। ਇਹ ਐਂਗਲ ਸਬਟੈਂਡ ਹੋ ਰਿਹਾ ਬਿਕਾਜ਼ ਐਂਗਲ ਦੇ ਐਂਡ ਪੁਆਇੰਟ ਕਿਹੜੇ ਨੇ? P ਐਂਡ Q। ਅਗਰ ਅਸੀਂ ਕੋਡ ਦੀ ਗੱਲ ਕਰੀਏ ਤਾਂ ਵੀ ਐਂਗਲ ਐਂਗਲ ਪੁਆਇੰਟ ਸਾਡੇ ਕੋਲ P ਔਰ Q ਹੈ। ਅਗਰ ਅਸੀਂ ਆਰਕ ਦੀ ਗੱਲ ਕਰੀਏ ਫਿਰ ਵੀ ਸਾਡੇ ਕੋਲ ਜੋ ਪੁਆਇੰਟ ਹੈਗੇ ਨੇ ਉਹ P ਔਰ Q ਆਉਂਦੇ ਨੇ, ਉਹ ਐਂਗਲ X ਆਏਗਾ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਅਗਰ ਸਾਡੇ ਕੋਲ ਇੱਕ ਕੋਡ ਹੈ ਚਾਹੇ ਇੱਕ ਆਰਕ ਹੈ, ਉਹ ਇਕੁਅਲ ਐਂਗਲ ਹੀ ਸਬਟੈਂਡ ਕਰਦੇ ਨੇ ਐਟ ਦਾ ਸੈਂਟਰ, ਰਾਈਟ। ਸੋ PQ ਕੋਡ ਜਿੰਨਾ ਐਂਗਲ ਬਣਾਏਗੀ ਉਹਨਾਂ PQ ਆਰਕ ਵੀ ਬਣਾਏਗੀ, ਠੀਕ ਹੈ। ਇਹ ਇਹਦੇ ਵਿੱਚ ਜ਼ਿਆਦਾਤਰ ਤੁਹਾਨੂੰ ਕਿਹਾ ਜਾਏਗਾ, ਠੀਕ ਹੈ। ਸੋ ਇਹ ਬੇਸਿਕ ਗੱਲਾਂ ਹੀ ਮੈਂ ਤੁਹਾਨੂੰ ਕਰਾਂਗਾ, ਜ਼ਿਆਦਾ ਇਹਦੇ ਵਿੱਚ ਆਪਾਂ कोई औखा काम नहीं कर कुछ भी, राइट। तो एक होर कॉन्सेप्ट ਤੁਹਾਡਾ ਇੱਥੇ ਆ ਰਿਹਾ ਕਿ ਅਗਰ ਤੁਹਾਡੇ ਕੋਲ ਦੋ ਕੋਡਸ ਇਕੁਅਲ ਨੇ, ਠੀਕ ਹੈ। ਸੋ PQ ਦੇ PQ ਕੋਡ ਦੇ ਕੋਰਸਪੋਂਡਿੰਗ ਅਗਰ ਤੁਹਾਡੇ ਕੋਲ ਆਰਕ ਆਏਗੀ ਉਹ ਆਏਗੀ PQ ਦਿਸ ਮਾਈਨਰ ਆਰਕ, ਠੀਕ ਹੈ। PQ ਕੋਡ ਦੀ ਕੋਰਸਪੋਂਡਿੰਗ ਆਰਕ ਕਿਹੜੀ ਆ ਗਈ? PQ, ਰਾਈਟ। तो इथे एक होर मेरे को कोड है AB और AB ਦੇ ਕੋਰਸਪੋਂਡਿੰਗ ਕੋਡ ਦੇ ਕੋਰਸਪੋਂਡਿੰਗ ਤੁਹਾਡੇ ਕੋਲ ਆਰਕ ਕਿਹੜੀ ਆਏਗੀ? AB ਦੇ ਕੋਰਸਪੋਂਡਿੰਗ ਸਾਡੇ ਕੋਲ ਆਰਕ ਆਏਗੀ, ਮਾਈਨਰ ਆਰਕ ਆਏਗੀ ਇਹ ਵਾਲੀ। ਸੋ ਮਾਈਨਰ AB ਆਰਕ ਆਏਗੀ, ਰਾਈਟ। तो ਆਰਟੀਕਲ ਕੀ ਕਹਿ ਰਿਹਾ ਕਿ ਅਗਰ ਤੁਹਾਡੇ ਕੋਲ ਦੋ ਕੋਡਸ ਇਕੁਅਲ ਨੇ PQ ਐਂਡ AB, ਇਹ ਦੋ ਕੋਡਸ ਆਪਸ ਦੇ ਵਿੱਚ ਇਕੁਅਲ ਨੇ, तो डेफिनेटली इन्हां दी कोरस्पोंडिंग आर्क जिहड़ी होएगी PQ आर्क PQ एंड आर्क AB ਇਹ ਵੀ ਆਪਸ ਵਿੱਚ कॉन्ग्रुएंट होणगियां, इक्वल होणगियां इन लेंथ, राइट। सो ਇਹ ਵੀ ਬਹੁਤ इंपॉर्टेंट है। अगर PQ AB ਦੇ इक्वल है ਤੇ ਇਹ ਆਰਕ ਜਿਹੜੀ PQ है और AB आर्क है आपस ਦੇ ਵਿੱਚ इक्वल होणगियां। ਇਹ ਆਰਟੀਕਲ ਇਹਦੇ ਵਿੱਚ ਕਿਹਾ ਜਾ ਰਿਹਾ, ਰਾइट। ਉਸ ਤੋਂ ਬਾਅਦ ਆਪਾਂ ਐਂਗਲ ਸਬਟੈਂਡ ਬਾय ਆਰਕ ਤੁਹਾਨੂੰ ਮੈਂ ਦੱਸ ਚੁੱਕਾ ਉਹ ਕਿਸ ਤਰੀਕੇ ਦੇ ਨਾਲ ਹੈ। ਜਿੰਨਾ ਆਰਕ ਕੋ ਬਣਾਏਗੀ ਉਨਾ ਹੀ ਐਂਗਲ ਤੁਹਾਡੇ ਕੋਲ ਚਲੋ ਇਸੇ ਦੇਖ ਲਓ ਤੁਸੀਂ, ਤੁਹਾਨੂੰ ਹੋਰ ਐਗਜ਼ਾਮਪਲ ਦੇ ਦੇਣਾ। ਅਗਰ ਸਪੋਜ਼ ਕਰੋ ਸਾਡੇ ਕੋਲ ਇੱਕ ਹੈ PQ ਇਹ ਆਰਕ ਹੈ ਸਾਡੇ ਕੋਲ ਔਰ ਐਂਗਲ ਸਬਟੈਂਡ ਕੀਤਾ ਜਾ ਰਿਹਾ ਹੈ PQ ਦੁਆਰਾ O ਦੇ ਉੱਤੇ ਥੀਟਾ, ਰਾਈਟ। ਥੀਟਾ ਅਲਫਾ ਕੋਈ ਵੀ ਆਪਾਂ ਐਂਗਲ ਲੈ ਲਿਆ, ਰਾਈਟ। ਇੱਕ ਹੋਰ ਆਰਕ ਹੈ ਮੇਰੇ ਕੋਲ CD सॉरी कोड नहीं आर्क है, राइट। CD दिस आर्क माइनर आर्क ये आएगी और ये भी जो एंगल सब्सटेंड किया जाएगा। अगर ये एंगल थीटा है, दिस वन एंगल थीटा है, तो डेफिनेटली ਜਿਹੜੀ CD है वो PQ ਦੇ इक्वल होएगी। ऐसी थ्योरम भी की थी कि इक्वल कोड सब्सटेंड इक्वल एंगल एट ए सेंटर। तो सिमिलरली केस हैपन इन this arc. If the two arcs are congruent in a circle, then the angles subtended by at center are also equal, ठीक है। चीज ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ। ਥਿਊਰਮ ਨੰਬਰ 10.8 ਪੇਜ ਨੰਬਰ 180 ਦੇ ਉੱਤੇ ਇਹੀ ਕਹਿ ਰਹੀ ਹੈ the angle subtended by an arc at the center is double, sorry ਇਹ ਥੋੜੀ ਚੇਂਜ ਹੈ। ਇਹ ਕੀ ਹੈ? ਉਹ ਕੀ ਕਹਿ ਰਿਹਾ ਹੈ? ਥਿਊਰਮ ਨੂੰ ਧਿਆਨ ਨਾਲ ਪੜੋਗੇ ਕਿ ਜਿਹੜਾ एंगल सबटेंड किया जा रहा है कोड द्वारा, कोड वालों जो एंगल इतने अगर सपोज करो X एंगल सबटेंड किया जा रहा है कोड का, ठीक है। वो देखो आर्क द्वारा सॉरी
पी क्यू आर द्वारा साढ़े को इतने एक एंगल एक्स सबस्टेंड होया राइट। हुण रिमेनिंग पार्ट ऑफ द सर्कल ए आर्क नूं छड्ड के रिमेनिंग पार्ट किहड़ा होएगा ए आर्क नूं छड्ड के बाकी सारा जिहड़ा सर्कल है बाकी जिहड़ी सारी आर्क है मेजर आर्क पी क्यू ਉਹਨੂੰ ਅਸੀਂ ਬੋਲਤਾ ਰਿਮੇਨਿੰਗ ਪਾਰਟ ਆਫ ਦ ਸਰਕਲ ਠੀਕ ਹੈ। ਹੁਣ ਇਹ ਕੋਡ ਦੁਆਰਾ ਇਹ ਆਰਕ ਦੁਆਰਾ ਇੱਕ ਐਂਗਲ ਜਿੱਥੇ ਮਰਜ਼ੀ ਰਿਮੇਨਿੰਗ ਪਾਰਟ ਤੇ ਲੈ ਲਓ ਉਹ ਹਮੇਸ਼ਾ ਕੀ ਹੋਏਗਾ ਹਾਫ ਹੋਏਗਾ ਇਤੋਂ ਜਾਂ ਕਹਿ ਲਓ ਕਿ ਇਹ ਹੋਏਗਾ ਡਬਲ ਇਹਦੇ ਨਾਲੋਂ ਰਾਈਟ। ਅਗਰ ਇਹ x ਹੈ ਤੇ x/2 ਹੋਏਗਾ ਰਾਈਟ। P ਤੋਂ ਮੈਂ ਇੱਕ ਹੋਰ ਐਂਗਲ PQ ਤੇ ਇੱਕ ਹੋਰ ਐਂਗਲ ਡਰਾ ਕੀਤਾ ਇਹ ਵੀ ਐਂਗਲ ਕੀ ਹੋਏਗਾ x/2 ਹੋਏਗਾ। अगर मैं इतों फिर एक लाइन लैके इधर जावा इत्थे लगावा ਇਹ ਵੀ ਮੇਰੇ ਕੋ ਹੋਏਗਾ x/2 ਰਾਈਟ। ਇਹਦੇ ਨਾਲ ਦੀ ਆਪਾਂ ਐਕਟੀਵਿਟੀ ਆਲਰੇਡੀ ਆਪਾਂ ਕਰ ਚੁੱਕੇ ਹੋਏ ਆ ਤੁਹਾਨੂੰ ਐਕਟੀਵਿਟੀ ਮੈਂ ਦਿਖਾਈ ਹੋਈ ਹੈ NCERT ਦੀ। ਸੋ ਇਹ ਚੀਜ਼ ਹੈ ਬਾਕੀ ਜਿੰਨਾ ਵੀ ਐਂਗਲ ਥਿਊਰੀ ਨੂੰ ਧਿਆਨ ਨਾਲ ਪੜੋਗੇ ਤੇ ਕਹਿ ਰਿਹਾ ਕਿ ਦਾ ਐਂਗਲ ਸਬਟੈਂਡ ਬਾਈ ਐਨ ਆਰਕ ਐਟ ਦਾ ਸੈਂਟਰ ਇਜ਼ ਡਬਲ ਦ ਐਂਗਲ ਸਬਟੈਂਡ ਬਾਈ ਇਟ ਐਟ ਐਨੀ ਪੁਆਇੰਟ ਔਨ ਦਾ ਰਿਮੇਨਿੰਗ ਪਾਰਟ ਆਫ ਦਾ ਸਰਕਲ। ਤੁਸੀਂ ਜਿੱਥੇ ਮਰਜ਼ੀ ਵੀ ਇਸ ਕੋਡ ਦੇ ਉੱਤੋਂ ਇਸ ਆਰਕ ਦੇ ਉੱਤੋਂ ਜਿੰਨਾ ਵੀ ਮਰਜ਼ੀ ਰਿਮੇਨਿੰਗ ਪਾਰਟ ਦੇ ਉੱਤੇ ਤੁਸੀਂ ਸਰਕਲ ਦੇ ਉੱਤੇ ਕੋਈ ਵੀ ਐਂਗਲ ਸਬਟੈਂਡ ਕਰ ਦਿਓ ਸੈਂਟਰ ਵਾਲਾ ਹਮੇਸ਼ਾ ਡਬਲ ਹੋਏਗਾ ਜਾਂ ਇਹ ਕਹਿ ਲਓ ਕਿ ਇਹ ਹਾਫ ਹੋਏਗਾ ਠੀਕ ਹੈ ਇਹਦੇ ਨਾਲੋਂ। ਸੋ ਇਹ ਚੀਜ਼ ਥਿਊਰਮ ਵੈਰੀ ਇੰਪੋਰਟੈਂਟ ਹੈ ਤੁਹਾਨੂੰ ਅੱਗੇ ਕੰਮ ਆਏਗੀ। ਨੈਕਸਟ ਅਸੀਂ ਐਗਜ਼ਾਮਪਲ ਵੀ ਦੇਖਾਂਗੇ ਇਹਨਾਂ ਦੀਆਂ ਫਿਰ ਕੁਐਸਚਨ ਵੀ ਆਪਾਂ ਡਿਸਕਸ ਕਰਾਂਗੇ। ਉਸ ਤੋਂ ਬਾਅਦ ਬੱਚੇ angle in the same segment of a circle are equal again angle in the same segment of a circle are equal okay ਇਹ ਤੁਹਾਨੂੰ ਮੈਂ ਨਾਲ ਹੀ ਐਗਜ਼ਾਮਪਲ ਦੇ ਵਿੱਚ ਇਹੀ ਦੱਸ ਦਿੰਦਾ ਨੋ ਪ੍ਰੋਬਲਮ। ਚਲੋ ਬੱਚੇ ਦੇਖ ਹੀ ਲਓ 10.9 ਹੈ ਕਿਸ ਤਰ੍ਹਾਂ ਕਹਿੰਦਾ ਕਿ ਐਂਗਲ in the same segment of a circle are equal ਹੈ ਤੁਹਾਨੂੰ ਸਮਝਾ ਦੇਣਾ ਕਰਨ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਸਮਝੋ ਜਿਵੇਂ ਤੁਹਾਡੇ ਕੋਲ ਐਂਗਲ PQ ਹੈ ਇੱਕ ਆਰਕ ਹੈ PQ ਇਤੋਂ ਤੁਸੀਂ ਐਂਗਲ ਸਬਟੈਂਡ ਕੀਤਾ ਇੱਥੇ ਇੱਕ ਪੁਆਇੰਟ ਹੈ D ਇੱਥੇ ਐਂਗਲ ਆਇਆ ਹੈ X। ਹੁਣ ਇਹਨਾਂ ਦੋਨੋਂ ਪੁਆਇੰਟਸ ਉੱਤੇ ਤੁਸੀਂ ਜਿੰਨੇ ਵੀ ਐਂਗਲ ਸਬਟੈਂਡ ਕਰੋਗੇ ਇਸ ਪਾਰਟ ਦੇ ਉੱਤੇ ਇਸ ਰਿਮੇਨਿੰਗ ਪਾਰਟ ਸਰਕਲ ਦੇ ਉੱਤੇ ਮੰਨ ਲਓ ਤੁਸੀਂ ਇੱਕ ਐਂਗਲ ਇਹ ਸਬਟੈਂਡ ਕੀਤਾ ਇੱਕ ਐਂਗਲ ਇਸ ਤਰ੍ਹਾਂ ਸਬਟੈਂਡ ਕੀਤਾ PQ ਤੇ ਇੱਕ ਐਂਗਲ ਸਬਟੈਂਡ ਕੀਤਾ ਇਹ ਸਾਰਿਆਂ ਦੀ ਮੇਜਰਮੈਂਟਸ ਐਂਗਲ ਦੀ x ਹੋਏਗੀ ਕਿਉਂਕਿ ਜੇ x ਹੈ ਆਪਾਂ ਮੇਜਰ ਕੀਤੀ ਸੀ x ਹੈ ਤਾਂ ਸਾਰਿਆਂ ਦੀ ਕੀ ਹੋਏਗੀ x ਹੀ ਹੋਏਗੀ। ਸੋ ਇਹ ਵਾ ਐਂਗਲ ਇਨ ਦਾ ਸੇਮ ਸੈਗਮੈਂਟ ਹੈ ਦੇਖੋ ਸੇਮ ਸੈਗਮੈਂਟ ਦੇ ਵਿੱਚ ਆ ਰਹੇ ਨੇ। ਸੋ ਐਂਗਲ ਇਨ ਦਾ ਸੇਮ ਸੈਗਮੈਂਟ ਆਫ ਅ ਸਰਕਲ ਆਰ ਇਕੁਅਲ तो एंगल जिन्ने भी ਤੁਸੀਂ ਬਣਨਗੇ ਸੇਮ ਸੈਗਮੈਂਟ ਤੋਂ ਉਹ ਇਕੁਅਲ ਹੋਣਗੇ ਰਾਈਟ। ਉਸ ਤੋਂ ਬਾਅਦ ਬੱਚੇ ਜਿਹੜਾ ਨੈਕਸਟ ਕੁਐਸਚਨ ਆ ਰਿਹਾ ਤੁਹਾਡੇ ਕੋਲ ਥਿਊਰਮ ਆ ਰਹੀ 10.10 ਇਹਨੂੰ ਛੱਡ ਦਿਓ ਇਹ ਤੁਹਾਡੇ ਐਲਕੀ ਸਿਲੇਬਸ ਨਹੀਂ ਹੈਗੀ ਠੀਕ ਆ 4 ਪੁਆਇੰਟ ਵਾਲੀ ਇਹ ਥਿਊਰਮ ਨੂੰ ਛੱਡ ਦਿਓ। ਉਸ ਤੋਂ ਬਾਅਦ ਆਏਗਾ ਸਾਈਕਲਿਕ ਕੁਆਡਰੀਲੇਟਰਲ ਵੀ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈਗਾ ठीक है। सो साइक्लिक क्वाड्रिलेटरल ईजी भी है आसान भी है थोड़ा जिहा इन्हूं समझण दी लोड़ है समझो बहुत ही इंटरेस्टिंग कॉन्सैप्ट है। देखो एक तुहाडे कोल साइक्लिक क्वाड्रिलेटरल एक सर्कल नूं एक क्वाड्रिलेटरल नूं आपां साइक्लिंग कदों कवांगे ठीक है। तुसीं अपनी बुक ते देखोगे डेफिनेशन भी दी हुई है एक क्वाड्रिलेटरल ABCD is called cyclic if all the four vertices of it lie on a circle बस इतना ही काम है। ਤੁਹਾਡੇ ਕੋਲ ਤੁਸੀਂ ਦੇਖ ਰਹੇ ਹੋ ਇੱਕ ਕੁਆਡਰੀਲੇਟਰ ਹੈ ਤੁਹਾਡੇ ਕੋਲ ABCD ਇਹਦੇ ਜਿੰਨੇ ਵੀ ਵਰਟਿਸਸ ਨੇ ਚਾਰ ਹੀ ਵਰਟਿਸਸ ਨੇ ਚਾਰੋਂ ਹੀ ਸਰਕਲ ਦੇ ਉੱਤੇ ਆ ਰਹੇ ਨੇ ਚਾਰੋਂ ਹੀ ਸਰਕਲ ਦੇ ਉੱਤੇ ਆ ਰਹੇ ਨੇ ਵਰਟਿਸਸ ਠੀਕ ਹੈ। ਅਗਰ ਕੋਈ ਵੀ ਵਰਟਿਸਸ ਜਿਹੜਾ ਵਾ ਸਰਕਲ ਦੇ ਵਿੱਚ ਰਹਿ ਗਿਆ ਜਾਂ ਬਾਹਰ ਚਲਾ ਗਿਆ ਤਾਂ ਉਹਨੂੰ ਆਪਾਂ ਸਾਈਕਲਿਕ ਨਹੀਂ ਕਵਾਂਗੇ ਰਾਈਟ। ਸੋ ਸਾਰੇ ਜਿਹੜੇ ਇਹਨਾਂ ਦੇ ਵਰਟਿਸਸ ਹੈ ਉਹ ਯਾਦ ਰੱਖਣਾ ਹੈ ਕਿ ਤੁਹਾਡੇ ਕੋਲ ਕਿੱਥੇ ਆਣੀ ਚਾਹੀਦੀ ਹੈ ਸਰਕਲ ਦੇ ਉੱਪਰ ਲਾਈ ਕਰਨੇ ਚਾਹੀਦੇ राइट ओके। नेक्स्ट थ्योरम है 10.11 पेज नंबर है 183 ਦੇ ਉੱਤੇ 10.11 थ्योरम ਕੀ ਕਹਿ ਰਹੀ ਹੈ the sum of the either pair of the opposite angle of a cyclic quadrilateral is 180। we know that the sum of all the angles in a quadrilateral is 360 degree okay ठीक है। cyclic quadrilateral ਦੀ ਸਪੈਸ਼ਲਿਟੀ ਕੀ ਹੈ ਇਹਦੇ ਵਿੱਚ ਇਹਦਾ ਫੀਚਰ ਕੀ ਹੈ ਖਾਸ ਕਿ ਜਿਹੜਾ ਨੂੰ ਸਾਈਕਲਿਕ ਬਣਾਉਂਦਾ ਹੈ ਇਹਦੇ ਆਪੋਜ਼ਿਟ ਐਂਗਲ ਦਾ ਸਮ ਹਮੇਸ਼ਾ ਕਿੰਨਾ ਹੋਏਗਾ 180 ਡਿਗਰੀ ਹੋਏਗਾ। ਆਪੋਜ਼ਿਟ ਐਂਗਲ ਦਾ ਸਮ ਕਿੰਨਾ ਹੋਏਗਾ 180 ਡਿਗਰੀ ਹੋਏਗਾ। ਅਗਰ ਤੁਹਾਡਾ ਕੋਈ ਵੀ ਕੁਆਡਰੀਲੇਟਰਲ ਹੈ ਕਨਵਰਸ ਵੀ ਟਰੂ ਹੈ। ਪਹਿਲੇ ਤਾਂ ਆਪਾਂ ਕਹੇ ਕਿ ਅਗਰ ਸਾਈਕਲਿਕ ਹੈ
ਅਗਰ ਤੁਹਾਡੇ ਕੋਲ ਕੁਆਡਰੀਲੇਟਰਲ ਸਾਈਕਲ ਹੈਗਾ ਤਾਂ ਉਹਦੇ ਆਪੋਜ਼ਿਟ ਐਂਗਲ ਦਾ ਸਮ ਕਿੰਨਾ ਹੋਏਗਾ 180 ਡਿਗਰੀ ਹੋਏਗਾ ਰਾਈਟ। ਪਰ ਅਗਰ ਕਿਸੇ ਕੁਆਡਰੀਲੇਟਰਲ ਦਾ ਆਪੋਜ਼ਿਟ ਐਂਗਲ ਦਾ ਸਮ 180 ਡਿਗਰੀ ਹੈਗਾ ਤਾਂ ਕੁਆਡਰੀਲੇਟਰਲ ਵੀ ਸਾਈਕਲਿਕ ਹੀ ਹੋਏਗਾ ਰਾਈਟ। ਸੋ ਇਹ ਚੀਜ਼ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਹੈ। ਥਿਊਰਮ ਨੰਬਰ 10.11 ਥਿਊਰਮ ਨੰਬਰ 10.12 ਜਿਹੜੀ ਹੈ ਉਹ ਇਹ ਚੀਜ਼ ਕਹਿ ਰਹੀ ਹੈ, ਇਸ ਤੋਂ ਇਲਾਵਾ ਕੁਝ ਨਹੀਂ ਹੈ। ਉਸ ਤੋਂ ਬਾਅਦ ਆ ਜਾਂਦੀ ਸਾਡੇ ਕੋਲ ਬੱਚੇ ਐਗਜ਼ਾਮਪਲ ਨੰਬਰ 3। ਠੀਕ ਹੈ, ਐਗਜ਼ਾਮਪਲ ਨੰਬਰ 3 ਅਸੀਂ ਡਿਸਕਸ ਕਰਦੇ ਹਾਂ।